10th ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟਸ, ਮਾਈ ਸੈਲਫ ਸੁਨੀਲ ਕੁਮਾਰ, ਯੂਅਰ ਇੰਗਲਿਸ਼ ਟੀਚਰ। ਟੂਡੇ we will read poem number 4 from your main course book ਰਜੀਆ ਦਾ ਟਾਈਗਰਸ। ਤਾਂ ਪਿਆਰੇ ਬੱਚਿਓ, ਰਜੀਆ ਦਾ ਟਾਈਗਰਸ, ਰਜੀਆ ਇੱਕ ਸ਼ੇਰਨੀ ਦਾ ਨਾਮ ਹੈ। ਇਹ ਅੱਜ ਪੋਇਮਾਂ ਪੜ੍ਹਾਂਗੇ। ਦ ਪ੍ਰੈਜ਼ੈਂਟ ਪੋਇਮ ਸਕੈਚਸ ਬਿਫੋਰ ਦ ਰੀਡਰ ਏ ਵਰਲਡ ਆਫ ਫਾਸਟ ਡਿਪਲੀਟਿੰਗ ਨੈਚੁਰਲ ਰਿਸੋਰਸਿਸ ਵਿਚ ਇਜ਼ ਥ੍ਰੈਟਨਿੰਗ ਦ ਵਾਈਲਡ ਲਾਈਫ ਅਰਾਊਂਡ ਅਸ। ਤਾਂ ਬੇਟੇ, ਜਿਹੜੀ ਪ੍ਰੈਜ਼ੈਂਟ ਪੋਇਮ ਹੈ ਆਪਣੇ ਸਾਹਮਣੇ ਇੱਕ ਚਿੱਤਰ ਪੇਸ਼ ਕਰਦੀ ਹੈ ਜਿਹੜੇ ਕਿ ਕੁਦਰਤੀ ਜਿਹੜੇ ਸਾਧਨ ਨੇ, ਰਿਸੋਰਸ ਨੇ, ਉਹ ਜਿਹੜੇ ਕਿ ਖਤਮ ਹੋ ਰਹੇ ਨੇ ਔਰ ਜਿਸ ਨਾਲ ਕੀ ਹੈ ਜੰਗਲੀ ਜੀਵ ਜਿਹੜੀ ਜਾਤੀ ਹੈ ਉਸ ਨੂੰ ਜਿਹੜਾ ਖਤਰਾ ਪੈਦਾ ਹੋ ਗਿਆ ਹੈ। ਰਜੀਆ ਦ ਟਾਈਗਰਸ। ਰਜੀਆ ਇੱਕ ਸ਼ੇਰਨੀ ਇਜ਼ ਵਰੀਡ ਫਾਰ ਦਾ ਪਾਰਟਨਰ ਐਂਡ 2 cubs ਹੂ ਲਾਈਕ ਮੈਨੀ ਅਦਰ ਟਾਈਗਰ ਕਬਸ। ਤਾਂ ਰਜੀਆ ਜਿਹੜਾ ਕਿ ਆਪਣੇ ਹਸਬੈਂਡ ਔਰ 2 ਬੱਚੇ, ਉਸਦੇ 2 cubs ਜਿਹੜੇ ਕਿ 2 ਬੱਚੇ ਨੇ, ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਉਹ ਚਿੰਤਾ ਵਿੱਚ ਹੈ ਔਰ ਆਰ ਇਨ ਡੇਂਜਰ ਆਫ ਬੀਇੰਗ ਪੋਚਡ ਐਂਡ ਕਿਲਡ। ਔਰ ਉਸ ਨੂੰ ਖਤਰਾ ਹੈ ਕਿ ਉਸ ਦੇ ਜਿਹੜੇ ਬੱਚੇ ਨੇ ਉਹ ਕੀ ਖਤਰੇ ਵਿੱਚ ਨੇ ਔਰ ਉਹਨਾਂ ਦਾ ਜਿਹੜਾ ਕੀ ਹੈ ਸ਼ਿਕਾਰ ਕੀਤਾ ਜਾ ਸਕਦਾ ਹੈ। ਦ ਪੋਇਮ ਆਲਸੋ ਸ਼ੋਜ਼ ਹਾਊ ਮੈਨੀ ਹੈਜ਼ ਅਸ਼ਾਰਪਡ ਆਲ ਲੈਂਡ ਐਂਡ ਹਾਊ ਹੀ ਹੈਜ਼ ਪਲੰਡਰਡ ਹਿਜ਼ ਨੈਚੁਰਲ ਰਿਸੋਰਸਿਸ। ਔਰ ਇਹ ਪੋਇਮ ਸਾਨੂੰ ਦੱਸਦੀ ਹੈ ਕਿ ਜਿਹੜਾ ਕਿ ਮਨੁੱਖ ਨੇ ਕਿਸ ਤਰ੍ਹਾਂ ਜਿਹੜੀ ਕੀ ਹੈ ਸਾਰੀ ਜ਼ਮੀਨ ਹੜੱਪ ਲਈ ਹੈ। ਅਸ਼ਾਰਪਡ ਹੁੰਦਾ ਹੈ ਹੜੱਪ ਲੈਣਾ, ਔਰ ਹੀ ਹੈਜ਼ ਪਲੰਡਰ ਹੁੰਦਾ ਲੁੱਟ ਲੈਣਾ, ਹਿਜ਼ ਨੈਚੁਰਲ ਰਿਸੋਰਸਿਸ, ਉਸ 'ਤੇ ਸਾਰੇ ਕੁਦਰਤੀ ਜਿਹੜੇ ਸਾਧਨ ਨੇ ਉਹ ਉਸਨੇ ਲੁੱਟ ਲੈਣੇ। ਦਿਸ ਹੈਜ਼ ਥ੍ਰੈਟਨਡ ਬੋਥ ਦਾ ਵਾਈਲਡ ਲਾਈਫ ਐਜ਼ ਵੈਲ ਐਜ਼ ਹਿਊਮਨ ਲਾਈਫ ਐਂਡ ਇਨਵਾਇਰਮੈਂਟ। ਔਰ ਜਿਸ ਦੇ ਨਾਲ ਨਾ ਸਿਰਫ ਕਿ ਜੰਗਲੀ ਜੀਵ ਜਾਤੀ ਨੂੰ ਖਤਰਾ ਪੈ ਗਿਆ ਹੈ, ਉਸ ਦੇ ਨਾਲ ਵੀ ਮਨੁੱਖੀ ਜੀਵ ਜਾਤੀ ਔਰ ਉਸ ਦੇ ਵਾਤਾਵਰਨ ਨੂੰ ਵੀ ਜਿਹੜਾ ਕੀ ਹੈ ਜਿਹੜਾ ਖਤਰਾ ਪੈਦਾ ਹੋ ਗਿਆ ਹੈ। ਤਾਂ ਬੇਟੇ ਆਪਾਂ ਪੋਇਮ ਪੜ੍ਹਦੇ ਹਾਂ। ਦ ਟਾਈਗਰਸ ਰਜੀਆ ਲੀਵਸ ਅਲੋਨ, her 2 cubs have not yet been named. Sheru barely played with them and now he has gone. Oh, what a shame. ਤਾਂ ਕੀ ਹੈ ਜਿਹੜਾ ਕਿ ਜਿਹੜੀ ਟਾਈਗਰਸ, ਜਿਹੜੀ ਬਾਘ ਆਪਾਂ ਕਹਿ ਸਕਦੇ ਹਾਂ ਜਾਂ ਚੀਤਾ ਕਹਿ ਸਕਦੇ ਹਾਂ, ਰਜੀਆ ਇਕੱਲੀ ਹੀ ਰਹਿ ਰਹੀ ਹੈ। ਉਸ ਦੇ 2 ਬੱਚੇ ਜਿਹੜੇ ਨੇ ਅਜੇ ਉਹਨਾਂ ਦਾ ਜਿਹੜਾ ਨਾਮ ਨਹੀਂ ਰੱਖਿਆ ਗਿਆ। ਸ਼ੇਰੂ ਬੇਟੇ ਹੈ ਉਹਨਾਂ ਦਾ ਪਿਤਾ, ਜੋ ਕਿ ਮੁਸ਼ਕਿਲ ਨਾਲ ਹੀ ਉਹਨਾਂ ਨਾਲ ਜਿਹੜਾ ਖੇਡਿਆ ਹੋਵੇਗਾ ਅਤੇ ਹੁਣ ਉਹ ਚਲਾ ਗਿਆ ਹੈ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ। ਸ਼ੇਰੂ ਵਾਜ਼ ਐਨ ਐਕਸਪਰਟ ਔਨ ਵਿੰਡਸ, ਨਿਊ ਹਾਊ ਦੇ ਟ੍ਰੈਵਰਸਡ ਡੇਲ ਐਂਡ ਹਿਲ ਐਂਡ ਵੇਅਰ ਦਾ ਪੁੱਟ ਅਪ ਫਾਰ ਦਾ ਨਾਈਟ ਵੈਨ ਨੋ ਲੀਫ ਸਟਿਡ ਐਂਡ ਆਲ ਵਾਜ਼ ਸਟਿਲ। ਤਾਂ ਕਿ ਇਹ ਹਵਾਵਾਂ ਦੇ ਸੰਬੰਧ ਵਿੱਚ ਸ਼ੇਰੂ ਬਹੁਤ ਜਿਹੜਾ ਕੀ ਹੈ ਨਿਪੁੰਨ ਸੀ, ਮਾਹਿਰ ਸੀ। ਉਹ ਜਾਣਦਾ ਸੀ ਕਿ ਹਵਾਵਾਂ ਜਿਹੜੀਆਂ ਨੇ ਘਾਟੀ ਅਤੇ ਪਹਾੜੀ ਦੇ ਉੱਪਰ ਕਿਸ ਤਰ੍ਹਾਂ ਘੁੰਮਦੀਆਂ ਫਿਰਦੀਆਂ ਹਨ ਅਤੇ ਰਾਤ ਨੂੰ ਉਹ ਕਿਸ ਜਗ੍ਹਾ ਆਰਾਮ ਕਰਦੀਆਂ ਹਨ ਜਿੱਥੇ ਕੋਈ ਵੀ ਪੱਤਾ ਹਿੱਲ ਨਹੀਂ ਰਿਹਾ ਹੁੰਦਾ ਅਤੇ ਸਭ ਕੁਝ ਬਿਲਕੁਲ ਸ਼ਾਂਤ ਹੁੰਦਾ ਹੈ। ਹੀ ਨਿਊਜ਼ ਹਿਜ਼ ਵਿੰਡਸ ਦੇਅਰ ਟ੍ਰੈਫਿਕ ਲੇਨਸ, ਹੀ ਨਿਊਜ਼ ਦਾ ਡੀਅਰ ਵੁੱਡ ਸਮੈਲ ਹਿਮ ਆਊਟ ਇਫ ਦੇ ਵਰ ਡਾਊਨ ਵਿੰਡ, ਸੋ ਹੀ ਵੁੱਡ ਬੈਲੀ ਕਰਾਲ ਐਂਡ ਕਰਾਊਚ। ਤਾਂ ਕੀ ਹੈ ਜਿਹੜਾ ਉਸ ਦਾ ਜਿਹੜਾ ਇਲਾਕਾ ਸੀ, ਉਸ ਦੇ ਇਲਾਕਾ ਦੇ ਵਿੱਚ ਜਿਹੜੀ ਆ ਵਗਣ ਵਾਲੀਆਂ ਜਿਹੜੀਆਂ ਹਵਾਵਾਂ ਸੀ ਉਹਨਾਂ ਬਾਰੇ ਉਹ ਜਾਣਦਾ ਸੀ ਕਿ ਹਿਰਨ ਦੇ ਜਿਹੜੇ ਝੁੰਡ ਨੇ ਉਹ ਸੁੰਘ ਕੇ ਉਸ ਬਾਰੇ ਜਾਣ ਲੈਣਗੇ ਜੇਕਰ ਉਹ ਹਵਾ ਦੇ ਵਗਣ ਦੀ ਦਿਸ਼ਾ ਵਿੱਚ ਕਿਸੇ ਵੀ ਜਗ੍ਹਾ 'ਤੇ ਹੋਵੇਗਾ। ਇਸ ਲਈ ਉਹ ਪੇਟ ਦੇ ਪਰ ਰਿੰਗਦੇ ਹੋਏ ਅਤੇ ਲੁਕਦਾ ਹੋਇਆ ਇੱਕ ਲੰਬਾ ਚੱਕਰਕਾਰ ਰਸਤਾ ਲੈ ਲੈਂਦਾ ਸੀ। ਐਂਡ ਟੇਕ ਏ ਲੌਂਗ ਸਰਕਲ ਰਾਊਂਡ, ਇੱਕ ਲੰਬਾ ਚੱਕਰ ਲੈ ਲੈਂਦਾ ਸੀ। ਹਾਈਡਿੰਗ ਬਿਹਾਈਂਡ ਬੁਸ਼ ਐਂਡ ਸ਼ਰਬਸ ਵੰਸ ਹੀ ਨਿਊ ਹਿਜ਼ ਸੈਂਟ ਵਿਲ ਨਾਟ ਕੈਰੀ ਇਨ ਏ ਫਲੈਸ਼ ਹੀ ਵੁੱਡ ਇਰਪਟ। ਤਾਂ ਕਿ ਜਿਹੜਾ ਕੀ ਹੈ ਝਾੜੀਆਂ ਦੇ ਵਿੱਚੋਂ ਉਸਦੀ ਜਿਹੜੀ ਹੈ ਸੁਗੰਧ ਉਹਨਾਂ ਤੱਕ ਨਾ ਪਹੁੰਚੇ ਤਾਂ ਦੋ ਕੀ ਹੈ ਪਲ ਭਰ ਵਿੱਚ ਹੀ ਜਿਹੜਾ ਕੀ ਹੈ ਛਾਲ ਮਾਰ ਕੇ ਉਹਨਾਂ 'ਤੇ ਚਪਟ ਪੈਂਦਾ ਸੀ। ਇਰਪਟ ਹੁੰਦਾ ਉਛਲਣਾ। ਡੀਅਰ ਹੈਡ ਨੋਟ sniffed the thick and musty smell on his which people dubbed as a tiger scent. He got the stag, his claws fell like a giant club. ਤਾਂ ਕੀ ਹੈ ਜਿਹੜੇ ਹਿਰਨ ਨੇ ਹਿਰਨਾਂ ਦੇ ਝੁੰਡ ਸੰਘਣੀ ਅਤੇ ਸਿੱਲੀ ਬਾਂਸੀ ਗੰਧ ਨੂੰ ਸੁੰਘ ਨਹੀਂ ਸਕਦੇ ਸਨ। ਇਸ ਲਈ ਲੋਕ ਬਾਘ ਜਿਹੜਾ ਕੀ ਸੀ ਜਾਂ ਚੀਤੇ ਦਾ ਜਿਹੜਾ ਕੀ ਹੈ ਗੰਧ ਦਾ ਨਾਮ ਦਿੰਦੇ ਹਨ। ਉਹ ਹਿਰਨ ਦੇ ਉੱਪਰ ਚਪਟ ਪਿਆ। ਤਾਂ on neck and antler both were crushed. Now Sheru is gone. Now not and more do people fear his dreadful spoor. Pug marked on the forest floor. Grief and fear start competing in Rajia's heart. With Sheru gone will the
hyenas hound her cubs. Can she leave the little ones alone? When she goes hunting flesh and bone, the tigress Rajia lives in fear, a great dread. When will again the poachers with their gun appears? ਤਾਂ ਬੇਟੇ ਕੀ ਹੈ ਜਿਹੜਾ ਕਿ ਹੁਣ ਸਪਸ਼ਟ ਤੌਰ 'ਤੇ ਜਿਹੜਾ ਕੀ ਹੈ, ਜਿਹੜਾ ਬਾਘ ਹਿਰਨ ਦੀ ਗਰਦਨ ਨੂੰ ਆਪਣੇ ਵੱਡੇ ਪੰਜਿਆਂ ਨਾਲ ਪਕੜ ਲੈਂਦਾ ਹੈ ਅਤੇ ਉਹ ਹਿਰਨ ਤੁਰੰਤ ਜਿਹੜਾ ਕੀ ਹੈ ਢੇਰ ਹੋ ਜਾਂਦਾ ਹੈ। ਪਰੰਤੂ ਹੁਣ ਬਦਕਿਸਮਤੀ ਨਾਲ ਉਹ ਜਿਹੜਾ ਕੀ ਹੈ ਬਾਘ, ਜਿਹੜਾ ਜਿਹਦਾ ਨਾਮ ਸ਼ੇਰੂ ਹੈ, ਉਹ ਉੱਥੇ ਆਲੇ ਦੁਆਲੇ ਰਹਿੰਦੇ ਲੋਕ ਉਸ ਤੋਂ ਭਿਆਨਕ ਗੰਧ ਤੋਂ ਕੋਈ ਡਰ ਨਹੀਂ ਰੱਖਦੇ ਹਨ। ਹੁਣ ਜੰਗਲ ਦੀ ਧਰਤੀ ਉੱਤੇ ਬਾਘ ਦੇ ਜਿਹੜੇ ਪੈਰ ਨੇ ਕੋਈ ਚਿੰਨ੍ਹ ਦਿਖਾਈ ਨਹੀਂ ਦਿੰਦੇ ਹਨ। ਤਾਂ ਸ਼ੇਰੂ ਦੀ ਗੈਰ ਹਾਜ਼ਰੀ ਵਿੱਚ ਰਜੀਆ ਦਾ ਦਿਲ ਡਰ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ। ਉਹ ਡਰਦੀ ਹੈ ਕਿ ਸ਼ੇਰੂ ਦੇ ਚਲੇ ਜਾਣ 'ਤੇ ਜੰਗਲੀ ਲੱਕੜ ਬੱਗੇ ਉਸ ਦੇ ਬੱਚਿਆਂ ਨੂੰ ਜਿਹੜੇ ਹੈ ਸ਼ਿਕਾਰੀ ਕੁੱਤਿਆਂ ਦੀ ਤਰ੍ਹਾਂ ਦਬੋਚ ਲੈਣਗੇ ਅਤੇ ਮਾਰ ਦੇਣਗੇ। ਇਸ ਕਰਕੇ ਹੁਣ ਉਹ ਕਿਸੇ ਤਰ੍ਹਾਂ ਆਪਣੇ ਛੋਟੇ ਬੱਚਿਆਂ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ ਅਤੇ ਉਹਨਾਂ ਦੇ ਭੋਜਨ ਲਈ ਸ਼ਿਕਾਰ 'ਤੇ ਨਿਕਲ ਨਹੀਂ ਸਕਦੀ ਸੀ। ਇਸ ਤਰ੍ਹਾਂ ਮਾਦਾ ਬਾਘ ਰਜੀਆ ਹੁਣ ਆਪਣੇ ਦਿਨ ਡਰ ਵਿੱਚ ਕੱਟਦੀ ਹੈ। ਉਹ ਜੰਗਲੀ ਲੱਕੜ ਬੱਗਿਆਂ ਰਾਹੀਂ ਆਪਣੇ ਬੱਚਿਆਂ ਦੇ ਮਾਰੇ ਜਾਣ ਦੇ ਡਰ ਕਰਕੇ ਉਹ ਇਕੱਲਿਆਂ ਨਹੀਂ ਛੱਡ ਸਕਦੀ। ਉਹ ਆਪਣੇ ਬੱਚਿਆਂ ਲਈ ਭੋਜਨ ਦੇ ਰੂਪ ਵਿੱਚ ਕੋਈ ਮਾਸ ਜਾਂ ਹੱਡੀ ਦੀ ਖੋਜ ਕਰਨ ਲਈ ਨਹੀਂ ਜਾ ਸਕਦੀ। ਪਰੰਤੂ ਹੁਣ ਉਸ ਨੂੰ ਇਹ ਵੀ ਵੱਡਾ ਇਹ ਡਰ ਹੈ ਕਿ ਸ਼ਿਕਾਰ ਜਿਹੜਾ ਹੈ ਕਿ ਚੋਰ ਆਪਣੀ ਬੰਦੂਕਾਂ ਲੈ ਕੇ ਕਿਸੇ ਵੀ ਸਮੇਂ ਦੁਬਾਰਾ ਆ ਸਕਦੇ ਹਨ ਅਤੇ ਮਾਂ ਅਤੇ ਉਸ ਦੇ ਬੱਚਿਆਂ ਨੂੰ ਮਾਰ ਸਕਦੇ ਹਨ। ਤਾਂ ਇਹ ਬੇਟੇ ਪੋਇਮ ਦੀ ਜਿਹੜੀ ਸਟੋਰੀ ਸੀ ਅੱਗੇ ਕੇਕੀ ਐਨ ਦਾਰੂਵਾਲਾ, ਰਿਟਨ ਬਾਈ ਕੇਕੀ ਐਨ ਦਾਰੂਵਾਲਾ। ਇਸ ਪੋਇਮ ਦਾ ਬੇਟੇ ਜਿਹੜਾ ਰਾਈਟਰ ਹੈ, ਪੋਇਟ ਹੈ, ਕੌਣ ਹੈ? ਕੇਕੀ ਐਨ ਦਾਰੂਵਾਲਾ। ਤਾਂ ਕੇਕੀ ਐਨ ਦਾਰੂਵਾਲਾ ਦੇ ਬਾਰੇ ਆਪਾਂ ਪੜ੍ਹਦੇ ਹਾਂ। ਇਜ਼ ਏ ਗ੍ਰੇਟ ਕੰਟੈਂਪਰੇਰੀ ਇੰਡੀਅਨ ਪੋਇਟ, ਜਿਹੜਾ ਕੀ ਹੈ ਸਮਕਾਲੀਨ ਜਿਹੜਾ ਭਾਰਤ ਦਾ ਮਹਾਨ ਕਵੀ ਸੀ। ਹੀ ਵਾਜ਼ ਬੋਰਨ ਇਨ ਲਾਹੌਰ ਇਨ 1937 ਐਂਡ ਵਾਜ਼ ਐਜੂਕੇਟਡ ਐਟ ਗੌਰਮੈਂਟ ਕਾਲਜ ਲੁਧਿਆਣਾ। 1937 ਵਿੱਚ ਲਾਹੌਰ ਵਿੱਚ ਜਨਮਿਆ ਔਰ ਲੁਧਿਆਣਾ ਦੇ ਵਿੱਚ ਜਿਹੜਾ ਕਿ ਉਹ ਗੌਰਮੈਂਟ ਸਰਕਾਰੀ ਕਾਲਜ ਤੋਂ ਉਸਨੇ ਜਿਹੜੀ ਆਪਣੀ ਸਿੱਖਿਆ ਪ੍ਰਾਪਤ ਕੀਤੀ। ਇਹ ਬੇਟੇ ਕੇਕੀ ਐਨ ਦਾਰੂਵਾਲਾ ਬਾਰੇ ਹੈ। ਤਾਂ ਇਸ ਦੇ ਬੇਟੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਆਪਾਂ ਨੈਕਸਟ ਸੈਸ਼ਨ ਵਿੱਚ ਕਰਾਂਗੇ। ਥੈਂਕ ਯੂ ਵੈਰੀ ਮੱਚ।